ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਬੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਆਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। जनवरी 2025 ਲਈ US ਵੀਜ਼ਾ ਬੁਲੇਟਿਨ ਜਾਰੀ, ਗ੍ਰੀਨ ਕਾਰਡ ਚਾਹੁਣ ਵਾਲਿਆਂ ਲਈ ਚੰਗਾ ਮੌਕਾ। ਟਰੰਪ ਨੇ ਬਾਈਡਨ ਤੇ ਯੂਕਰੇਨ ਰਾਹੀਂ ਟੈਕਸ ਚੋਰੀ ਦਾ ਲਗਾਇਆ ਦੋਸ਼। ਟਰੰਪ ਦੂਜੀ ਵਾਰ ਬਣਨਗੇ ਟਾਈਮ ਮੈਗਜ਼ੀਨ ਦੇ ਪਰਸਨ ਆਫ ਦਾ ਈਅਰ। ਟੈਰਿਫ ਨੂੰ ਲੈ ਕੇ ਡੋਨਲਡ ਟਰੰਪ ਦਾ ਨਜ਼ਰੀਆ ਇੱਕ ਵੱਡੀ ਗਲਤੀ, ਜੋ ਬਾਈਡਨ। ਕੈਨੇਡੀਅਨ ਪੁਲਿਸ ਨੇ ਡਾਕੇ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 17 ਲੋਕ ਗ੍ਰਿਫਤਾਰ। ਇਸ ਦੇਸ਼ ਵਿੱਚ ਘੁੰਮਣ ਦੇ ਲਈ ਭਾਰਤੀਆਂ ਦੀ ਵੀਜ਼ਾ ਨੂੰ ਲੈ ਕੇ ਟੈਨਸ਼ਨ ਹੋਈ ਖਤਮ। ਹੁਣ ਇਹਨਾਂ ਖਬਰਾਂ ਦਾ ਵਿਸਤਾਰ, ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕੀ ਵਿਦੇਸ਼ ਵਿਭਾਗ ਦਾ ਜਨਵਰੀ 2025 ਵੀਜ਼ਾ ਬੁਲੇਟਿਨ ਜਾਰੀ ਕੀਤਾ ਗਿਆ ਹੈ, ਜੋ ਨਵੇਂ ਸਾਲ ਨਾਲ ਸੰਬੰਧਿਤ ਪਹਿਲਾ ਬੁਲੇਟਿਨ ਹੈ। इस बुलेटिन विच कई रोजगार आधारित यानी EB वीज़ा श्रेणियां विच जिक्रयोग तरक्की दिखाई गई है, जो खास तौर ते भारत के बिनेकारां नूं लाभ पहुंचाउण वाली है। वीज़ा बुलेटिन ग्रीन कार्डां दी मंग करन वालियां लई एक मुख साधन है, जो कि महत्वपूर्ण तारीखां प्रदान करदा है, जो दर्शाउंदा है कि बिनेकार कदों फाइल कर सकते हैं जां उन्हां दीयां अर्जियां ते कार्रवाई होण दी उम्मीद कर सकते हैं। ਇਹ ਤਾਰੀਖਾਂ ਵੀਜ਼ਾ ਜਾਰੀ ਕਰਨ ਜਾਂ ਸਥਿਤੀ ਦੀਆਂ ਪ੍ਰਵਾਨਗੀਆਂ ਦੇ ਸਮਾਯੋਜਨ ਲਈ ਸਭ ਤੋਂ ਜਲਦੀ ਸੰਭਵ ਸਮੇਂ ਨੂੰ ਦਰਸਾਉਂਦੀਆਂ ਹਨ। ਇਹ ਢਾਂਚਾ ਇਮੀਗ੍ਰੈਂਟ ਵੀਜ਼ਿਆਂ ਦੀ ਸੰਤੁਲਿਤ ਵੰਡ ਨੂੰ ਯਕੀਨੀ ਬਣਾਉਂਦਾ ਹੈ, ਜਿਸ ਦਾ ਉਦੇਸ਼ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨਾ ਅਤੇ ਅਮਰੀਕਾ ਵਿੱਚ ਨਵੀਨਤਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋ ਬਾਈਡਨ ਤੇ ਚੁਟਕੀ ਲੈਂਦਿਆਂ ਕਿਹਾ ਕਿ ਯੂਕਰੇਨ ਨੂੰ ਫੰਡ ਦੇਣਾ ਅਮਰੀਕੀ ਟੈਕਸ ਦਾਤਾਵਾਂ ਦੇ ਪੈਸੇ ਦਾ ਗਬਨ ਕਰਨ ਦੇ ਬਰਾਬਰ ਹੈ। ਟਰੰਪ ਨੇ ਟਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ ਦੱਸਿਆ ਕਿ ਬਾਈਡਨੋਮਿਕਸ ਕਿਵੇਂ ਕੰਮ ਕਰਦਾ ਹੈ। ਉਹਨਾਂ ਨੇ ਲਿਖਿਆ ਕਿ ਬਾਈਡਨੋਮਿਕਸ ਪਹਿਲਾ ਇਹ ਕਿ ਤੁਸੀਂ ਟੈਕਸ ਅਦਾ ਕਰਦੇ ਹੋ, ਤੇ ਬਾਈਡਨੋਮਿਕਸ ਦੇ ਵਿੱਚ ਦੂਸਰੀ ਚੀਜ਼ ਇਹ ਹੈ ਕਿ ਬਾਈਡਨ ਇਸ ਨੂੰ ਯੂਕਰੇਨ ਭੇਜਦਾ ਹੈ। ਤੀਸਰਾ ਕਿ ਉਹ ਇਸ ਨੂੰ ਹੰਟਰ ਯਾਨੀ ਕਿ ਬਾਈਡਨ ਦੇ ਪੁੱਤਰ ਨੂੰ ਵਾਪਸ ਭੇਜਦੇ ਹਨ। ਚੌਥਾ ਕਿ ਹੰਟਰ ਇਹ ਉਹਨਾਂ ਨੂੰ ਦੇ ਦਿੰਦਾ ਹੈ ਤੇ ਪੰਜਵਾਂ ਹੰਟਰ ਨੂੰ ਮਾਫ ਕਰੋ। ਜ਼ਿਕਰਯੋਗ ਹੈ ਕਿ 1 ਦਸੰਬਰ ਨੂੰ ਬਾਈਡਨ ਨੇ ਆਪਣੇ ਬੇਟੇ ਹੰਟਰ ਨੂੰ ਮਾਫ ਕਰਨ ਦੇ ਇੱਕ ਕਾਰਜਕਾਰੀ ਆਦੇਸ਼ ਤੇ ਹਸਤਾਖਰ ਕੀਤੇ ਸਨ। ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਮਾਫ ਦੇ ਹੁਕਮ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਨਿਆਂ ਦੀ ਦੁਰਵਰਤੋਂ ਅਤੇ ਦੁਰਵਿਵਹਾਰ ਕਰਾਰ ਦਿੱਤਾ। ਇਸ ਦੌਰਾਨ ਅਮਰੀਕੀ ਅਰਬਪਤੀ ਉਦਯੋਗਪਤੀ ਐਲੋਨ ਮਸਕ ਨੇ ਕਿਹਾ ਕਿ ਬਾਈਡਨ ਦੀ ਮਾਫੀ ਹੰਟਰ ਦੇ ਯੂਕਰੇਨੀ ਊਰਜਾ ਕੰਪਨੀ ਬੁਰੀ ਸਮਾਂ ਵਿੱਚ ਕੰਮ ਕਰਨ ਦੀ ਮਿਆਦ ਨਾਲ ਮੇਲ ਖਾਂਦੀ ਹੈ। ਦੱਸ ਦਈਏ ਕਿ ਹੰਟਰ ਬਾਈਡਨ ਨੂੰ ਟੈਕਸ ਚੋਰੀ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਨਸ਼ੀਲੇ ਪਦਾਰਥਾਂ ਦਾ ਗੈਰ ਕਾਨੂੰਨੀ ਉਪਭੋਗਤਾ ਹੋਣ ਅਤੇ ਬੰਦੂਕ ਰੱਖਣ ਦਾ ਦੋਸ਼ੀ ਪਾਇਆ ਗਿਆ ਸੀ। ਉਹ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਕਿਸੇ ਮੌਜੂਦਾ ਰਾਸ਼ਟਰਪਤੀ ਦਾ ਪਹਿਲਾ ਬੱਚਾ ਬਣ ਗਿਆ ਹੈ। ਉਸ ਤੇ 2017 ਅਤੇ 2018 ਵਿੱਚ 1 ਲੱਖ ਤੋਂ ਵੀ ਜ਼ਿਆਦਾ ਡਾਲਰ ਤੋਂ ਵੱਧ ਟੈਕਸਾਂ ਦਾ ਭੁਗਤਾਨ ਨਾ ਕਰਨ ਲਈ ਜਾਣਬੁੱਝ ਕੇ ਚੋਰੀ ਦੇ 2 ਮਾਮਲਿਆਂ ਵਿੱਚ ਦੋਸ਼ ਲਗਾਇਆ ਗਿਆ ਸੀ ਅਤੇ ਵਕਤ ਤੋਂ 2018 ਵਿੱਚ ਗੈਰ ਕਾਨੂੰਨੀ ਡਰੱਗਸ ਦੀ ਵਰਤੋਂ ਕਰਦੇ ਹੋਏ ਕੋਲਟ ਪਿਸਤੌਲ ਰੱਖਣ ਦਾ ਦੋਸ਼ ਲਗਾਇਆ ਗਿਆ ਸੀ, ਜੋ ਕਾਨੂੰਨ ਦੀ ਉਲੰਘਣਾ ਵੀ ਕਰਦਾ ਹੈ। ਇਸ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ। ਉਸ ਨੂੰ ਦਸੰਬਰ ਵਿੱਚ ਸਜ਼ਾ ਸੁਣਾਈ ਜਾਣੀ ਸੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੂਜੀ ਵਾਰ ਟਾਈਮ ਮੈਗਜ਼ੀਨ ਦੁਆਰਾ ਪਰਸਨ ਆਫ ਦਾ ਈਅਰ ਚੁਣਿਆ ਗਿਆ ਹੈ। ਟਰੰਪ ਨੇ ਨਿਊਯਾਰਕ ਦੇ ਇੱਕ ਸਫਲ ਕਾਰੋਬਾਰੀ ਦੀ ਆਪਣੀ ਇਮੇਜ ਨੂੰ ਇੱਕ ਸੈਲੀਬ੍ਰਿਟੀ, ਇੱਕ ਰਿਐਲਿਟੀ ਟੈਲੀਵਿਜ਼ਨ ਸਟਾਰ ਅਤੇ ਇੱਕ ਰਾਸ਼ਟਰਪਤੀ ਵਿੱਚ ਬਦਲ ਦਿੱਤਾ। ਮੈਗਜ਼ੀਨ ਦੇ ਕਵਰ ਦੇ ਉਦਘਾਟਨ ਦਾ ਜਸ਼ਨ ਮਨਾਉਣ ਦੇ ਲਈ ਟਰੰਪ ਨਿਊਯਾਰਕ ਸਟਾਕ ਐਕਸਚੇਂਜ ਵਿਖੇ ਸ਼ੁਰੂਆਤੀ ਘੰਟੀ ਵਜਾਉਣਗੇ। ਹੁਣ ਉਸ ਨੂੰ ਸਨਮਾਨ ਦੂਜੀ ਵਾਰ ਦਿੱਤਾ ਜਾਵੇਗਾ। ਟਰੰਪ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਰੱਖਣ ਵਾਲੇ 4 ਲੋਕਾਂ ਅਨੁਸਾਰ ਦਿਨ ਦੇ ਵਪਾਰ ਦੀ ਰਸਮੀ ਸ਼ੁਰੂਆਤ ਲਈ ਟਰੰਪ ਦੇ ਵਾਲ ਸਟਰੀਟ 'ਚ ਹੋਣ ਦੀ ਉਮੀਦ ਹੈ। ਏਜੰਸੀ ਨੇ ਦੱਸਿਆ ਕਿ ਮੈਗਜ਼ੀਨ ਦੀ ਚੋਣ ਬਾਰੇ ਜਾਣਕਾਰੀ ਰੱਖਣ ਵਾਲੇ ਇੱਕ ਸ਼ਖਸ ਮੁਤਾਬਕ ਉਸ ਨੂੰ ਟਾਈਮ ਦੇ 2024 ਸਾਲ ਦੇ ਪਰਸਨ ਆਫ ਦਾ ਈਅਰ ਘੋਸ਼ਿਤ ਕੀਤਾ ਜਾਵੇਗਾ।
ਜਿਨ੍ਹਾਂ ਲੋਕਾਂ ਨੇ ਸਟਾਕ ਐਕਸਚੇਂਜ 'ਚ ਟਰੰਪ ਦੀ ਮੌਜੂਦਗੀ ਅਤੇ ਟਾਈਮ ਦੀ ਪੁਸ਼ਟੀ ਕੀਤੀ ਹੈ, ਉਹਨਾਂ ਨੂੰ ਇਸ ਮਾਮਲੇ ਤੇ ਜਨਤਕ ਤੌਰ ਤੇ ਚਰਚਾ ਕਰਨ ਦਾ ਅਧਿਕਾਰ ਨਹੀਂ ਸੀ ਅਤੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਐਸੋਸੀਏਟਿਡ ਪ੍ਰੈਸ ਨਾਲ ਗੱਲ ਕੀਤੀ ਗਈ। 2016 ਵਿੱਚ ਜਦੋਂ ਟਰੰਪ ਪਹਿਲੀ ਵਾਰ ਵਾਈਟ ਹਾਊਸ ਲਈ ਚੁਣੇ ਗਏ ਸਨ ਤਾਂ ਉਦੋਂ ਵੀ ਉਹਨਾਂ ਨੂੰ ਮੈਗਜ਼ੀਨ ਦਾ ਪਰਸਨ ਆਫ ਦਾ ਈਅਰ ਚੁਣਿਆ ਗਿਆ ਸੀ। ਉਸ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ, ਐਕਸ ਬੌਸ ਐਲੋਨ ਮਸਕ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਵੇਲਜ਼ ਦੀ ਰਾਜਕੁਮਾਰੀ ਕੇਟ ਦੇ ਨਾਲ ਇਸ ਸਾਲ ਦੇ ਪੁਰਸਕਾਰ ਲਈ ਫਾਈਨਲਿਸਟ ਵਜੋਂ ਸੂਚੀਬੱਧ ਕੀਤਾ ਗਿਆ ਸੀ। ਟਾਈਮ ਨੇ ਸਵੇਰੇ ਘੋਸ਼ਣਾ ਤੋਂ ਪਹਿਲਾਂ ਚੋਣ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ। ਇੱਕ ਮੈਗਜ਼ੀਨ ਦੇ ਬੁਲਾਰੇ ਨੇ ਇਹ ਕਿਹਾ ਕਿ ਟਾਈਮ ਪ੍ਰਕਾਸ਼ਨ ਤੋਂ ਪਹਿਲਾਂ ਆਪਣੇ ਸਾਲਾਨਾ ਪਰਸਨ ਆਫ ਦਾ ਈਅਰ ਪਿਕਸ ਤੇ ਟਿੱਪਣੀ ਨਹੀਂ ਕਰਦਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਨਜ਼ਰੀਏ ਨੂੰ ਇੱਕ ਵੱਡੀ ਗਲਤੀ ਦੱਸਿਆ। ਉਹਨਾਂ ਨੇ ਵਾਸ਼ਿੰਗਟਨ ਸਥਿਤ ਥਿੰਕ ਟੈਂਕ ਬਰੁਕਿੰਗਸ ਇੰਸਟੀਟਿਊਸ਼ਨਸ ਵਿੱਚ ਦਿੱਤੇ ਭਾਸ਼ਣ ਵਿੱਚ ਇਸ ਬਾਰੇ ਟਿੱਪਣੀ ਕੀਤੀ। ਬਾਈਡਨ ਨੇ ਕਿਹਾ, ਅਜਿਹਾ ਲੱਗਦਾ ਹੈ ਕਿ ਟਰੰਪ ਇਸ ਦੇਸ਼ ਵਿੱਚ ਆਯਾਤ ਕੀਤੇ ਜਾਣ ਵਾਲੇ ਸਾਰੇ ਸਾਮਾਨਾਂ ਤੇ ਵੱਡੇ ਪੱਧਰ ਤੇ ਯੂਨੀਵਰਸਲ ਟੈਰਿਫ ਲਗਾਉਣ ਲਈ ਦ੍ਰਿੜ ਹਨ। ਇਸ ਗਲਤ ਧਾਰਨਾ ਦੇ ਨਾਲ ਕਿ ਅਮਰੀਕੀ ਖਪਤਕਾਰਾਂ ਦੀ ਬਜਾਏ ਵਿਦੇਸ਼ੀ ਦੇਸ਼ ਟੈਰਿਫ ਦੀ ਲਾਗਤ ਚੁਕਾਉਣਗੇ। ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦਾ ਭੁਗਤਾਨ ਕੌਣ ਕਰੇਗਾ? ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਨਜ਼ਰੀਆ ਇੱਕ ਵੱਡੀ ਗਲਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ 4 ਸਾਲਾਂ ਵਿੱਚ ਸਾਬਤ ਕੀਤਾ ਹੈ ਕਿ ਇਹ ਦ੍ਰਿਸ਼ਟੀਕੋਣ ਇੱਕ ਗਲਤੀ ਹੈ। ਹਾਲ ਹੀ ਵਿੱਚ ਟਰੰਪ ਨੇ ਘੋਸ਼ਣਾ ਕੀਤੀ ਹੈ ਕਿ ਉਹ ਜਨਵਰੀ ਵਿੱਚ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਅਜਿਹੇ ਆਦੇਸ਼ਾਂ ਤੇ ਦਸਤਖਤ ਕਰਨਗੇ ਜਿਸ ਦੇ ਤਹਿਤ ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਮਾਨ ਤੇ 25% ਟੈਰਿਫ ਲਗਾਇਆ ਜਾਵੇਗਾ। ਇਹ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ੀਲੇ ਪਦਾਰਥਾਂ ਖਾਸ ਤੌਰ ਤੇ ਫੈਂਟਾਨਿਲ ਨੂੰ ਆਪਣੇ ਦੇਸ਼ਾਂ ਤੋਂ ਅਮਰੀਕਾ ਵਿੱਚ ਆਉਣ ਤੋਂ ਨਹੀਂ ਰੋਕਦੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਚੀਨ ਨੇ ਫੈਂਟਾਨਿਲ ਡਰੱਗਸ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਫੈਸਲਾਕੁਨ ਕਾਰਵਾਈ ਨਾ ਕੀਤੀ ਤਾਂ ਉਹ ਚੀਨ ਤੋਂ ਆਉਣ ਵਾਲੇ ਸਮਾਨ ਤੇ ਮੌਜੂਦਾ ਦਰਾਂ ਤੋਂ ਇਲਾਵਾ 10% ਵਾਧੂ ਟੈਰਿਫ ਲਗਾਉਣਗੇ। ਕੈਨੇਡੀਅਨ ਪੁਲਿਸ ਨੇ ਡਾਕੇ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ, ਨਾਲ ਹੀ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ। ਯੋਰਕ ਰੀਜਨਲ ਪੁਲਿਸ ਨੇ ਗ੍ਰੇਟਰ ਟੋਰਾਂਟੋ ਏਰੀਆ ਦੇ ਘਰਾਂ ਵਿੱਚ ਡਾਕੇ ਮਾਰਨ, ਹਥਿਆਰਬੰਦ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਨਸ਼ਾ ਤਸਕਰੀ ਲਈ ਜ਼ਿੰਮੇਵਾਰ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 17 ਜਾਣਿਆਂ ਨੂੰ ਗ੍ਰਿਫਤਾਰ ਕੀਤਾ। ਪੀਲ ਰੀਜਨਲ ਪੁਲਿਸ ਅਤੇ ਟੋਰਾਂਟੋ ਪੁਲਿਸ ਦੀ ਸਹਾਇਤਾ ਨਾਲ ਪ੍ਰੋਜੈਕਟ ਸਕਾਈਫਾਲ ਅਧੀਨ ਕੀਤੀ ਗਈ ਕਾਰਵਾਈ ਦੌਰਾਨ $14 ਮਿਲੀਅਨ ਦੇ ਨਸ਼ੇ ਬਰਾਮਦ ਕੀਤੇ ਗਏ। ਮੀਡੀਆ ਨਾਲ ਗੱਲਬਾਤ ਕਰਦਿਆਂ ਯਾਰਕ ਰੀਜਨਲ ਪੁਲਿਸ ਦੇ ਉਪ ਮੁਖੀ ਐਲਵੈਰੋ ਐਲਮੇਡਾ ਨੇ ਇਸ ਬਾਰੇ ਦੱਸਿਆ ਕਿ ਗ੍ਰਿਫਤਾਰ ਕੀਤੇ ਸ਼ੱਕੀਆਂ ਵਿੱਚੋਂ 6 ਕਿਸੇ ਨਾ ਕਿਸੇ ਹੋਰ ਮਾਮਲੇ ਵਿੱਚ ਜ਼ਮਾਨਤ ਤੇ ਚੱਲ ਰਹੇ ਸਨ। ਪ੍ਰੋਜੈਕਟ ਸਕਾਈਫਾਲ ਅਧੀਨ 48 ਤਲਾਸ਼ੀ ਵਾਰੰਟਾਂ ਦੀ ਤਾਮੀਲ ਕੀਤੀ ਗਈ ਅਤੇ ਕੋਕੀਨ ਵਰਗੇ ਨਸ਼ਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਸ਼ੇ, ਇਸ ਤੋਂ ਇਲਾਵਾ 2 ਹੈਂਡਗਨਸ ਅਤੇ ਇੱਕ ਸ਼ਾਟਗਨ ਬਰਾਮਦ ਕੀਤੇ ਗਏ। ਗ੍ਰਿਫਤਾਰ ਕੀਤੇ 17 ਸ਼ੱਕੀਆਂ ਵਿਰੁੱਧ 83 ਦੋਸ਼ ਆਇਦ ਕੀਤੇ ਗਏ ਹਨ। ਜੇਕਰ ਤੁਸੀਂ ਬੈਂਕਾਕ ਜਾਂ ਥਾਈਲੈਂਡ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਇੱਕ ਚੰਗੀ ਖਬਰ ਹੈ। ਥਾਈਲੈਂਡ ਨੇ ਭਾਰਤੀ ਨਾਗਰਿਕਾਂ ਲਈ ਈ-ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜੋ ਅਗਲੇ ਸਾਲ ਤੋਂ ਲਾਗੂ ਹੋਵੇਗਾ। ਇਸ ਦਾ ਸਭ ਤੋਂ ਵਧੀਆ ਫਾਇਦਾ ਇਹ ਹੈ ਕਿ ਈ-ਵੀਜ਼ਾ ਲੈ ਕੇ ਤੁਸੀਂ ਥਾਈਲੈਂਡ ਵਿੱਚ 60 ਦਿਨਾਂ ਲਈ ਰਹਿ ਸਕੋਗੇ ਅਤੇ ਇਸ ਮਿਆਦ ਵਿੱਚ ਕੋਈ ਕਟੌਤੀ ਨਹੀਂ ਹੋਵੇਗੀ। ਰਾਇਲ ਥਾਈ ਐਮਬੈਸੀ ਦੇ ਅਨੁਸਾਰ ਸਾਰੇ ਗੈਰ ਥਾਈ ਨਾਗਰਿਕਾਂ ਨੂੰ ਵੈਬਸਾਈਟ ਤੇ ਵੀਜ਼ਾ ਲਈ ਅਰਜ਼ੀ ਦੇਣੀ ਚਾਹੀਦੀ ਹੈ ਤੇ ਇੱਥੋਂ ਤੁਸੀਂ ਆਸਾਨੀ ਨਾਲ ਲੌਗਇਨ ਕਰ ਸਕਦੇ ਹੋ ਅਤੇ ਵੀਜ਼ਾ ਲਈ ਅਪਲਾਈ ਵੀ ਕਰ ਸਕਦੇ ਹੋ। ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਵੀਜ਼ਾ ਫੀਸ ਅਦਾ ਕਰਨੀ ਪਵੇਗੀ, ਜਿਸ ਲਈ ਐਮਬੈਸੀ ਅਤੇ ਕੌਂਸੂਲੇਟ ਜਨਰਲ ਆਫਲਾਈਨ ਭੁਗਤਾਨ ਵਿਕਲਪ ਪ੍ਰਦਾਨ ਕਰਨਗੇ। ਧਿਆਨ ਵਿੱਚ ਰੱਖੋ ਕਿ ਇੱਕ ਵਾਰ ਅਦਾ ਕੀਤੀ ਵੀਜ਼ਾ ਫੀਸ ਵਾਪਸ ਨਹੀਂ ਕੀਤੀ ਜਾਵੇਗੀ। ਥਾਈਲੈਂਡ ਵਿੱਚ ਘੁੰਮਣ ਲਈ ਬਹੁਤ ਸਾਰੀਆਂ ਸ਼ਾਨਦਾਰ ਥਾਵਾਂ ਹਨ। ਇਸ ਵਿੱਚ ਬੈਂਕਾਕ, ਪਟਾਇਆ, ਫੁਕੇਟ ਵਰਗੇ ਤਟਵਰਤੀ ਖੇਤਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਉੱਤਰ ਵਿੱਚ ਚਿਆਂਗ ਮਾਈ ਅਤੇ ਦੱਖਣ ਵਿੱਚ ਕਰਬੀ ਵੀ ਬਹੁਤ ਮਸ਼ਹੂਰ ਹਨ। ਕਰਬੀ ਆਪਣੇ ਸ਼ਾਂਤ ਬੀਚਾਂ ਅਤੇ ਸੁੰਦਰ ਟਾਪੂਆਂ ਲਈ ਮਸ਼ਹੂਰ ਹੈ। ਇੱਥੇ ਸੈਲਾਨੀਆਂ ਦੀ ਕੋਈ ਭੀੜ ਨਹੀਂ ਹੈ। ਇਹ ਉਹਨਾਂ ਲਈ ਇੱਕ ਆਦਰਸ਼ ਜਗ੍ਹਾ ਹੈ ਜੋ ਇਕਾਂਤ ਅਤੇ ਸ਼ਾਂਤੀ ਦੀ ਤਲਾਸ਼ ਕਰ ਰਹੇ ਹਨ। ਕਰਬੀ ਦੇ ਨੇੜੇ ਫੀਫੀ ਆਈਲੈਂਡ ਦੀ ਮਾਇਆ ਖਾੜੀ ਕਿਸੇ ਫਿਰਦੌਸ ਤੋਂ ਘੱਟ ਨਹੀਂ ਹੈ।
ਫੁਕੇਟ ਥਾਈਲੈਂਡ ਦਾ ਸਭ ਤੋਂ ਵੱਡਾ ਟਾਪੂ ਹੈ ਜੋ ਅੰਡੇਮਾਨ ਸਾਗਰ ਦੇ ਕੋਲ ਸਥਿਤ ਹੈ। ਇਸ ਨੂੰ ਅੰਡੇਮਾਨ ਸਾਗਰ ਦਾ ਹੀਰਾ ਵੀ ਕਿਹਾ ਜਾਂਦਾ ਹੈ। ਇੱਥੇ ਸਮੁੰਦਰ ਵਿੱਚ ਗੋਤਾਖੋਰੀ ਦੇ ਸ਼ਾਨਦਾਰ ਸਥਾਨ ਹਨ। बैंकॉक तो 862 किलोमीटर दक्षिण में स्थित यह टापू सैलानियों ਲਈ ਇੱਕ ਆਕਰਸ਼ਕ ਸਥਾਨ ਹੈ। ਕਰਬੀ ਸ਼ਹਿਰ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਟਾਈਗਰ ਕੇਵ ਟੈਂਪਲ ਬਹੁਤ ਮਸ਼ਹੂਰ ਹੈ। ਇੱਥੋਂ ਦੀਆਂ ਗੁਫਾਵਾਂ ਵਿੱਚ ਬਾਘ ਦੇ ਪੰਜੇ ਵਰਗੇ ਨਿਸ਼ਾਨ ਮਿਲਦੇ ਹਨ। ਇਹ ਸਥਾਨ ਬੋਧੀ ਅਭਿਆਸ ਯਾਨੀ ਮੁੱਖ ਤੌਰ ਤੇ ਵਿਪਾਸਨਾ ਦਾ ਇੱਕ ਮਹੱਤਵਪੂਰਨ ਕੇਂਦਰ ਵੀ ਹੈ ਅਤੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਨਾਲ ਨਜਿੱਠਣਾ ਭਾਵੇਂ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ, ਪਰ ਕੈਨੇਡੀਅਨ ਵਸਤਾਂ ਤੇ ਟੈਕਸ ਲੱਗਣ ਦੀ ਸੂਰਤ ਵਿੱਚ ਢੁਕਵਾਂ ਜਵਾਬ ਦੇਣਾ ਲਾਜ਼ਮੀ ਹੈ। ਇਹ ਜਵਾਬ ਕਈ ਤਰੀਕਿਆਂ ਨਾਲ ਦਿੱਤਾ ਜਾ ਸਕਦਾ ਹੈ, ਜਿਵੇਂ ਟਰੰਪ ਵੱਲੋਂ ਪਹਿਲੇ ਕਾਰਜਕਾਲ ਦੌਰਾਨ ਸਟੀਲ ਅਤੇ ਐਲੂਮੀਨੀਅਮ ਤੇ ਲਾਏ ਟੈਕਸਾਂ ਦੇ ਜਵਾਬ ਵਿੱਚ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ਤੇ ਟੈਕਸ ਲਾਗੂ ਕੀਤੇ ਗਏ। उधर ही हैलीफैक्स चैंबर ऑफ कॉमर्स के एक समागम दौरान उन्होंने कहा हर कनेडियन चीज़ ते टैक्स का असर बिना शक अमेरिका के आम लोग ते पवेगा ਅਤੇ ਕੈਨੇਡਾ ਵੱਲੋਂ ਜਵਾਬੀ ਕਾਰਵਾਈ ਨਾਲ ਅਮਰੀਕਾ ਦੇ ਕਾਰੋਬਾਰੀ ਵੀ ਪ੍ਰਭਾਵਿਤ ਹੋਣਗੇ। ਇੱਥੇ ਦੱਸਣਾ ਬੰਦ ਹੈ ਕਿ NBC ਨਿਊਜ਼ ਨਾਲ ਤਾਜ਼ਾ ਇੰਟਰਵਿਊ ਦੌਰਾਨ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੇ 25% ਟੈਕਸ ਲਾਉਣ ਦੀ ਧਮਕੀ ਦੁਹਰਾਈ ਜਾ ਚੁੱਕੀ ਹੈ। ਸੋ ਉਧਰ ਜਸਟਿਨ ਟਰੂਡੋ ਨੇ ਮੰਨਿਆ ਕਿਹਾ ਹੈ ਕਿ ਅਮਰੀਕਾ ਵੱਲੋਂ ਲਾਗੂ ਟੈਕਸ ਕੈਨੇਡੀਅਨ ਅਰਥਚਾਰੇ ਲਈ ਤਬਾਹਕੁਨ ਸਾਬਤ ਹੋ ਸਕਦਾ ਹੈ, ਪਰ ਨਾਲ ਹੀ ਕਿਹਾ ਹੈ ਕਿ ਸਟੀਲ, ਐਲੂਮੀਨੀਅਮ, ਕੱਚਾ ਤੇਲ, ਖੇਤੀ ਉਤਪਾਦ ਅਤੇ ਹੋਰ ਬਹੁਤ ਕੁਝ ਕੈਨੇਡਾ ਤੋਂ ਜਾਂਦਾ ਹੈ। ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਸਿੱਧੇ ਤੌਰ ਤੇ ਅਮਰੀਕਾ ਵਾਲਿਆਂ ਨੂੰ ਪ੍ਰਭਾਵਿਤ ਕਰੇਗਾ, ਜਿਵੇਂ ਕਿ ਕੈਨੇਡੀਅਨਸ ਲੱਕੜ ਤੇ ਲੱਗਣ ਵਾਲੇ ਟੈਕਸ ਕਾਰਨ ਉਹ ਕਈ ਸਾਲਾਂ ਤੋਂ ਮਹਿੰਗੀ ਲੱਕੜ ਖਰੀਦਣ ਲਈ ਮਜਬੂਰ ਹਨ। ਟਰੂਡੋ ਨੇ ਦਲੀਲ ਦਿੱਤੀ ਹੈ ਕਿ ਟਰੰਪ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਹਨ ਅਤੇ ਕੈਨੇਡੀਅਨ ਵਸਤਾਂ ਤੇ ਟੈਕਸ ਅਮਰੀਕਾ ਵਾਲਿਆਂ ਲਈ ਮਹਿੰਗਾਈ ਵਿੱਚ ਬੇਤਹਾਸ਼ਾ ਵਾਧਾ ਕਰੇਗਾ। ਇਸ ਕਦਮ ਨਾਲ ਅਮਰੀਕਾ ਵਾਸੀ ਵੀ ਪ੍ਰਭਾਵਿਤ ਹੋਣਗੇ। ਉਹਨਾਂ ਨੇ ਅੱਗੇ ਕਿਹਾ ਕਿ ਫੈਡਰਲ ਸਰਕਾਰ ਆਪਣੀ ਰਣਨੀਤੀ ਤਿਆਰ ਕਰ ਰਹੀ ਹੈ ਅਤੇ ਸਿਆਸੀ ਮਤਭੇਦ ਇੱਕ ਪਾਸੇ ਰੱਖਦਿਆਂ ਪੂਰੇ ਮੁਲਕ ਨੂੰ ਇਕਜੁੱਟ ਹੋ ਕੇ ਅੱਗੇ ਵਧਣਾ ਹੋਵੇਗਾ। ਟਰੂਡੋ ਨੇ ਪ੍ਰੀਮੀਅਰ ਸਕੌਟ ਮੋ ਦੀ ਮਿਸਾਲ ਪੇਸ਼ ਕਰਦੇ ਕਿਹਾ ਕਿ ਉਹ ਮੈਨੂੰ ਬਹੁਤ ਪਸੰਦ ਨਹੀਂ ਕਰਦੇ, ਪਰ ਜਦੋਂ ਨਾਫਟਾ ਤੇ ਖਤਰਾ ਮੰਡਰਾਇਆ ਤਾਂ ਫੈਡਰਲ ਸਰਕਾਰ ਦਾ ਸਾਥ ਦੇਣ ਵਾਲਿਆਂ ਵਿੱਚ ਸਕੌਟ ਮੋ ਸ਼ਾਮਲ ਸਨ। ਮਾਲੀਬੂ ਵਿੱਚ ਫ੍ਰੈਂਕਲਿਨ ਕੁਦਰਤੀ ਅੱਗ ਲਗਭਗ 2600 ਏਕੜ ਵਿੱਚ ਫੈਲ ਗਈ। ਸ਼ਹਿਰ ਦੇ ਅਧਿਕਾਰੀਆਂ ਨੇ ਦੇਰ ਰਾਤ ਕਿਹਾ ਕਿ ਅੱਗ ਤੇ ਕਾਬੂ 0% ਹੈ। ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਇਸ ਵੇਲੇ ਅੱਗ 2592 ਏਕੜ ਵਿੱਚ ਫੈਲੀ ਹੋਈ ਹੈ। ਕੰਟਰੋਲ 0% ਹੈ। ਅੱਗ PCH ਯਾਨੀ ਪੈਸੀਫਿਕ ਕੋਸਟ ਹਾਈਵੇ ਦੇ ਪਾਰ ਦੱਖਣ ਵਿੱਚ ਫੈਲ ਗਈ ਹੈ ਅਤੇ ਮਾਲੀਬੂ ਰੋਡ ਯਾਨੀ ਕਿ ਮਾਲੀਬੂ PR ਦੇ ਨੇੜੇ ਸੇਰਾ ਸਿਵਿਕ ਸੈਂਟਰ, ਮਾਲੀਬੂ ਨੋਲਸ, ਉਸ ਤੋਂ ਬਾਅਦ ਸਵੀਟ ਟਾਵਰ, ਮੇਸਾ, ਕੇਂਦਰੀ ਮਾਲੀਬੂ ਅਤੇ ਹੋਰ ਆਂਢ ਗੁਆਂਢ ਦੇ ਢਾਂਚੇ ਨੂੰ ਖਤਰੇ ਵਿੱਚ ਪਾ ਰਹੀ ਹੈ। ਮਾਲੀਬੂ ਦੇ ਸਾਰੇ ਸਕੂਲ ਅਤੇ ਬਹੁਤ ਸਾਰੀਆਂ ਸੜਕਾਂ ਅੱਗ ਦੇ ਖਤਰੇ ਕਾਰਨ ਬੰਦ ਹਨ, ਜਦੋਂ ਕਿ ਲਗਭਗ ਸਾਰੇ ਸ਼ਹਿਰ ਦੀ ਬਿਜਲੀ ਬੰਦ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਅਤੇ ਪੱਛਮੀ ਮਾਲੀਬੂ ਲਈ ਨਿਕਾਸੀ ਦੇ ਆਦੇਸ਼ ਜਾਰੀ ਹਨ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਇੱਕ ਹੋਰ ਉਪਲਬਧੀ ਆਪਣੇ ਨਾਂ ਕਰ ਲਈ ਹੈ। SpaceX ਅਤੇ ਟੈਸਲਾ ਦੇ CEO ਹਾਲ ਹੀ ਦੇ ਵਿੱਚ ਅੰਦਰੂਨੀ ਸ਼ੇਅਰਾਂ ਦੀ ਵਿਕਰੀ ਦੇ ਨਾਲ ਅਮਰੀਕੀ ਚੋਣ ਨਤੀਜਿਆਂ ਤੋਂ ਬਾਅਦ $400 ਬਿਲੀਅਨ ਦੀ ਕੁੱਲ ਸੰਪत्ति ਤੱਕ ਪਹੁੰਚਣ ਵਾਲੇ ਇਤਿਹਾਸ ਵਿੱਚ ਪਹਿਲੇ ਵਿਅਕਤੀ ਬਣ ਗਏ ਹਨ। ਬਲੂਮਬਰਗ ਦੀ ਰਿਪੋਰਟ ਹੈ। ਬਲੂਮਬਰਗ ਦੇ ਬਿਲੀਅਨਰਸ ਇੰਡੈਕਸ ਦੇ ਅਨੁਸਾਰ ਉਸਦੀ ਕੰਪਨੀ SpaceX ਦੇ ਅੰਦਰੂਨੀ ਸ਼ੇਅਰਾਂ ਦੀ ਵਿਕਰੀ ਨੇ ਉਸਦੀ ਕੁੱਲ ਜਾਇਦਾਦ ਵਿੱਚ ਲਗਭਗ $50 ਬਿਲੀਅਨ ਦਾ ਵਾਧਾ ਕੀਤਾ ਹੈ। ਇਸ ਨਾਲ ਉਸਦੀ ਕੁੱਲ ਸੰਪत्ति $439.2 ਬਿਲੀਅਨ ਹੋ ਗਈ ਹੈ। 2022 ਦੇ ਅੰਤ ਵਿੱਚ ਐਲੋਨ ਮਸਕ ਦੀ ਕੁੱਲ ਸੰਪत्ति ਵਿੱਚ $200 ਬਿਲੀਅਨ ਤੋਂ ਵੱਧ ਦੀ ਕਮੀ ਵੇਖੀ ਗਈ ਸੀ। ਪਿਛਲੇ ਮਹੀਨੇ ਜਦੋਂ ਡੋਨਾਲਡ ਟਰੰਪ ਰਾਸ਼ਟਰਪਤੀ ਚੁਣੇ ਗਏ ਸਨ ਤਾਂ ਮਸਕ ਦੀ ਦੌਲਤ ਵਿੱਚ ਭਾਰੀ ਉਛਾਲ ਆਇਆ ਸੀ। ਤੁਹਾਨੂੰ ਦੱਸ ਦਈਏ ਕਿ ਐਲੋਨ ਮਸਕ ਨੇ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਵਿੱਚ ਸਭ ਤੋਂ ਵੱਧ ਚੰਦਾ ਦਿੱਤਾ ਸੀ। ਚੋਣਾਂ ਤੋਂ ਪਹਿਲਾਂ ਟੈਸਲਾ ਇੰਕ ਦੇ ਸ਼ੇਅਰ ਕਰੀਬ 65% ਵੱਧ ਗਏ ਸਨ। ਬਾਜ਼ਾਰਾਂ ਨੂੰ ਉਮੀਦ ਹੈ ਕਿ ਡੋਨਾਲਡ ਟਰੰਪ ਸਵੈ ਡਰਾਈਵਿੰਗ ਕਾਰਾਂ ਦੇ ਰੋਲ ਆਊਟ ਨੂੰ ਸੁਚਾਰੂ ਬਣਾਉਣਗੇ ਅਤੇ ਇਲੈਕਟ੍ਰਿਕ ਵਾਹਨਾਂ ਲਈ ਟੈਕਸ ਕ੍ਰੈਡਿਟ ਖਤਮ ਕਰਨਗੇ ਜੋ ਟੈਸਲਾ ਦੇ ਵਿਰੋਧੀਆਂ ਦੀ ਮਦਦ ਕਰਦੇ ਹਨ।
ਵਾਲ ਸਟਰੀਟ ਜਰਨਲ ਮੁਤਾਬਕ ਟਰੰਪ ਦੀ ਜਿੱਤ ਤੋਂ ਬਾਅਦ ਉਹਨਾਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ XIAI ਦਾ ਮੁੱਲ ਵੀ ਦੁੱਗਣਾ ਹੋ ਗਿਆ ਹੈ। ਇਹ ਲਗਭਗ $50 ਬਿਲੀਅਨ ਤੱਕ ਪਹੁੰਚ ਗਿਆ ਹੈ। SpaceX ਅਤੇ ਇਸ ਦੇ ਨਿਵੇਸ਼ਕ ਇੱਕ ਸੌਦੇ ਤੇ ਪਹੁੰਚੇ। ਕਰਮਚਾਰੀਆਂ ਅਤੇ ਕੰਪਨੀ ਦੇ ਅੰਦਰੂਨੀ ਲੋਕਾਂ ਤੋਂ $1.25 ਬਿਲੀਅਨ ਦੇ ਸ਼ੇਅਰ ਖਰੀਦੇ ਗਏ ਸਨ। ਇਸ ਨਾਲ ਕੰਪਨੀ ਦਾ ਮੁੱਲ $350 ਬਿਲੀਅਨ ਹੋ ਗਿਆ ਹੈ। ਇਸ ਸੌਦੇ ਤੇ SpaceX ਨੂੰ ਦੁਨੀਆ ਦਾ ਸਭ ਤੋਂ ਕੀਮਤੀ ਸਟਾਰਟਅਪ ਬਣਾ ਦਿੱਤਾ ਹੈ। ਅਮਰੀਕਾ ਦੇ ਕੈਂਬਰਿਜ ਵਿੱਚ ਸਥਿਤ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਯਾਨੀ MIT ਦੁਨੀਆ ਵਿੱਚ ਇੱਕ ਮਸ਼ਹੂਰ ਸੰਸਥਾ ਹੈ। ਹਰ ਕੋਈ ਇੱਥੇ ਪੜ੍ਹਾਈ ਕਰਨ ਦਾ ਸੁਪਨਾ ਲੈਂਦਾ ਹੈ। ਹਾਲਾਂਕਿ ਹੁਣ ਇਹ ਯੂਨੀਵਰਸਿਟੀ ਇੱਕ ਵਿਦਿਆਰਥੀ ਤੇ ਕੀਤੀ ਕਾਰਵਾਈ ਕਾਰਨ ਸੁਰਖੀਆਂ ਵਿੱਚ ਆ ਗਈ ਹੈ। ਦਰਅਸਲ ਭਾਰਤੀ ਮੂਲ ਦੇ ਵਿਦਿਆਰਥੀ ਪ੍ਰਹਲਾਦ ਨੂੰ ਫਲਸਤੀਨ ਪੱਖੀ ਲੇਖ ਲਿਖਣਾ ਭਾਰੀ ਪੈ ਗਿਆ ਹੈ। ਯੂਨੀਵਰਸਿਟੀ ਨੇ ਉਸ ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਹਲਾਦ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਵਿਭਾਗ ਤੋਂ ਆਪਣੀ PhD ਕਰ ਰਿਹਾ ਹੈ, ਪਰ ਹੁਣ ਉਸ ਦੀ 5 ਸਾਲਾਂ ਦੀ ਨੈਸ਼ਨਲ ਸਾਇੰਸ ਫਾਊਂਡੇਸ਼ਨ ਗ੍ਰੈਜੂਏਟ ਰਿਸਰਚ ਫੈਲੋਸ਼ਿਪ ਖਤਮ ਹੋ ਜਾਵੇਗੀ। MIT ਨੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੇ ਕਾਲਜ ਕੈਂਪਸ ਵਿੱਚ ਦਖਲ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ। ਵਿਦਿਆਰਥੀ ਨੇ ਇਹ ਲੇਖ ਕਾਲਜ ਮੈਗਜ਼ੀਨ ਵਿੱਚ ਲਿਖਿਆ ਸੀ, ਜਿਸ ਨੂੰ MIT ਨੇ ਹਿੰਸਾ ਨਾਲ ਸੰਬੰਧਿਤ ਮੰਨਿਆ ਸੀ। ਇਸ ਤੋਂ ਇਲਾਵਾ ਇਸ ਮੈਗਜ਼ੀਨ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਹਲਾਦ ਦੁਆਰਾ ਲਿਖੇ ਲੇਖ ਦਾ ਸਿਰਲੇਖ ਸ਼ਾਂਤੀਵਾਦ ਤੇ ਔਨ ਪੈਸੀਫਿਜ਼ਮ ਹੈ। ਪ੍ਰਹਲਾਦ ਦੁਆਰਾ ਲਿਖੇ ਲੇਖ ਦਾ ਸਿਰਲੇਖ ਸ਼ਾਂਤੀਵਾਦ ਤੇ ਔਨ ਪੈਸੀਫਿਜ਼ਮ ਹੈ। ਹਾਲਾਂਕਿ ਉਸ ਦਾ ਲੇਖ ਸਿੱਧੇ ਤੌਰ ਤੇ ਹਿੰਸਕ ਪ੍ਰਤੀਰੋਧ ਦੀ ਮੰਗ ਨਹੀਂ ਕਰਦਾ, ਪਰ ਇਹ ਕਹਿੰਦਾ ਹੈ ਕਿ ਸ਼ਾਂਤੀਵਾਦੀ ਰਣਨੀਤੀ ਫਲਸਤੀਨ ਲਈ ਵਧੀਆ ਹੱਲ ਨਹੀਂ ਹੋ ਸਕਦੀ। ਖਾਸ ਗੱਲ ਇਹ ਹੈ ਕਿ ਇਸ ਲੇਖ ਵਿੱਚ ਪਪੂਲਰ ਫਰੰਟ ਫਾਰ ਦ ਲਿਬਰੇਸ਼ਨ ਆਫ ਫਲਸਤੀਨ ਦਾ ਲੋਗੋ ਵੀ ਦਿਖਾਇਆ ਗਿਆ ਹੈ, ਜੋ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਮੁਤਾਬਕ ਇੱਕ ਅੱਤਵਾਦੀ ਸੰਗਠਨ ਹੈ। ਹਾਲਾਂਕਿ ਪ੍ਰਹਲਾਦ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਤੇ ਅੱਤਵਾਦ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਉਹ ਵੀ ਸਿਰਫ ਲੇਖ ਵਿੱਚ ਦਿੱਤੀਆਂ ਤਸਵੀਰਾਂ ਕਰਕੇ, ਜਦਕਿ ਉਸਨੇ ਇਹ ਤਸਵੀਰਾਂ ਨਹੀਂ ਦਿੱਤੀਆਂ। ਕਾਲਜ ਦਾ ਕਹਿਣਾ ਹੈ ਕਿ ਲੇਖ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਹੈ, ਉਸ ਨੂੰ ਹਿੰਸਕ ਜਾਂ ਵਿਨਾਸ਼ਕਾਰੀ ਵਿਰੋਧ ਦਾ ਸੱਦਾ ਮੰਨਿਆ ਜਾ ਸਕਦਾ ਹੈ। ਪ੍ਰਹਲਾਦ ਨੇ ਪ੍ਰਗਟਾਵੇ ਦੀ ਆਜ਼ਾਦੀ ਦੀ ਘਾਟ ਦਾ ਮੁੱਦਾ ਉਠਾਇਆ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਹਲਾਦ ਨੂੰ ਮੁਅੱਤਲ ਕੀਤਾ ਗਿਆ ਹੈ। ਉਸ ਨੂੰ ਪਿਛਲੇ ਸਾਲ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। MIT ਦੇ ਨਸਲਵਾਦ ਵਿਰੋਧੀ ਗਠਜੋੜ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਜਥੇਬੰਦੀ ਨਾਲ ਜੁੜੇ ਵਿਦਿਆਰਥੀਆਂ ਨੇ MIT ਦੇ ਇਸ ਫੈਸਲੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਬੋਡੀਆ ਨੇ ਸਕੂਲਾਂ 'ਚ એનર્ਜੀ ਡਰਿੰਕ ਤੇ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਦੱਖਣ ਪੂਰਬੀ ਏਸ਼ੀਆਈ ਦੇਸ਼ 'ਚ ਨੌਜਵਾਨਾਂ 'ਚ ਸ਼ੂਗਰ ਦੀ ਕਾਫੀ ਵਾਧਾ ਹੋ ਰਿਹਾ ਹੈ। ਉਪ ਪ੍ਰਧਾਨ ਮੰਤਰੀ ਅਤੇ ਸਿੱਖਿਆ, ਯੁਵਾ ਅਤੇ ਖੇਡ ਮੰਤਰੀ ਹੈਂਗ ਚੁਇਨ ਨਰੋਨ ਨੇ ਕਿਹਾ ਹੈ ਕਿ ਇਸ ਕਦਮ ਦਾ ਉਦੇਸ਼ ਗੈਰ ਸੰਚਾਰੀ ਬਿਮਾਰੀਆਂ, ਖਾਸ ਤੌਰ ਤੇ ਸ਼ੂਗਰ ਦੇ ਜੋਖਮ ਨੂੰ ਰੋਕਣਾ ਹੈ, ਜੋ ਕਿ ਮਿੱਠੇ ਅਤੇ એનર્ਜੀ ਡਰਿੰਕਸ ਦੇ ਸੇਵਨ ਕਾਰਨ ਹੁੰਦੀ ਹੈ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਉਹਨਾਂ ਨੇ ਇੱਕ ਸਖਤ ਹਦਾਇਤ ਵਿੱਚ ਕਿਹਾ ਕਿ ਸਕੂਲਾਂ ਦੇ ਕੈਂਪਸ ਵਿੱਚ ਅਤੇ ਉਸ ਦੇ ਆਲੇ ਦੁਆਲੇ ਹਰ ਕਿਸਮ ਦੇ એનર્ਜੀ ਡਰਿੰਕ ਦਾ ਸੇਵਨ, ਵੰਡ, ਵਿਕਰੀ ਅਤੇ ਇਸ਼ਤਿਹਾਰਾਂ ਤੇ ਸਖਤ ਮਨਾਹੀ ਹੈ। ਇਹ ਪਾਬੰਦੀ ਸਾਰੇ ਸਰਕਾਰੀ ਅਤੇ ਨਿੱਜੀ ਵਿਦਿਅਕ ਅਦਾਰਿਆਂ ਦੇ ਨਾਲ-ਨਾਲ ਦੇਸ਼ ਭਰ ਦੇ ਤਕਨੀਕੀ ਸਿੱਖਿਆ ਸੰਸਥਾਵਾਂ ਤੇ ਵੀ ਲਾਗੂ ਹੈ। ਨਰੋਨ ਨੇ ਸਾਰੇ ਸਕੂਲਾਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਉਹ ਰਾਸ਼ਟਰੀ ਝੰਡੇ ਨੂੰ ਸਲਾਮੀ ਲਈ ਇਕੱਠੇ ਹੁੰਦੇ ਹਨ ਤਾਂ ਵਿਦਿਆਰਥੀਆਂ ਨੂੰ એનર્ਜੀ ਡਰਿੰਕਸ ਪੀਣ ਦੇ ਪ੍ਰਭਾਵਾਂ ਬਾਰੇ ਯਾਦ ਕਰਵਾਉਣ। ਉਹਨਾਂ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਸਕੂਲਾਂ ਦੇ ਅੰਦਰ ਅਤੇ ਉਸ ਦੇ ਆਲੇ ਦੁਆਲੇ ਵਿਕਰੇਤਾਵਾਂ ਤੋਂ એનર્ਜੀ ਡਰਿੰਕਸ ਜ਼ਬਤ ਕਰਨ ਅਤੇ ਪਾਬੰਦੀ ਦੀ ਉਲੰਘਣਾ ਕਰਨ ਤੇ ਉਹਨਾਂ ਦੇ ਸਟਾਲ ਤੇ ਕਿਰਾਏ ਦੇ ਇਕਰਾਰਨਾਮੇ ਨੂੰ ਖਤਮ ਕਰ ਦੇਣ। ਇਹ ਪਾਬੰਦੀ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਟ ਵੱਲੋਂ ਇਹ ਕਹੇ ਜਾਣ ਦੇ ਕੁਝ ਘੰਟਿਆਂ ਬਾਅਦ ਲਗਾਈ ਗਈ ਹੈ, ਜਦੋਂ ਰਾਜ ਵਿੱਚ ਸ਼ੂਗਰ ਦੇ ਮਾਮਲਿਆਂ ਵਿੱਚ ਵਾਧਾ ਹੋਇਆ। ਉਹਨਾਂ ਨੇ ਸਿੱਖਿਆ, ਯੁਵਾ ਅਤੇ ਖੇਡ ਮੰਤਰਾਲੇ ਨੂੰ ਵਿਦਿਆਰਥੀਆਂ ਵਿੱਚ ਬਿਮਾਰੀ ਨੂੰ ਰੋਕਣ ਲਈ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ। ਉਹਨਾਂ ਨੇ ਨੋਮ ਪੇਨ ਵਿੱਚ ਯੂਨੀਵਰਸਿਟੀ ਆਫ ਹੈਲਥ ਸਾਇੰਸ ਹਸਪਤਾਲ ਦੇ ਨੀਂਹ ਪੱਥਰ ਸਮਾਗਮ ਦੌਰਾਨ ਕਿਹਾ, ਕੁਝ ਬੱਚੇ ਇੱਕ ਦਿਨ ਵਿੱਚ 3 ਕੈਨ ਤੱਕ ਮਿੱਠੇ ਜਾਂ એનર્ਜੀ ਡਰਿੰਕਸ ਦਾ ਸੇਵਨ ਕਰਦੇ ਹਨ। ਸਿਹਤ ਮੰਤਰੀ ਚਿਆਂਗ ਰਾ ਅਨੁਸਾਰ ਕੰਬੋਡੀਆ ਵਿੱਚ ਸ਼ੂਗਰ ਮੌਤ ਦਰ ਦਾ ਇੱਕ ਵੱਡਾ ਕਾਰਨ ਹੈ। ਉਹਨਾਂ ਨੇ ਕਿਹਾ, ਦੇਸ਼ ਵਿੱਚ ਕਿਸੇ ਸਮੇਂ ਛੂਤ ਦੀਆਂ ਬਿਮਾਰੀਆਂ ਮੌਤਾਂ ਦਾ ਮੁੱਖ ਕਾਰਨ ਹੁੰਦੀਆਂ ਸਨ, ਪਰ ਮੌਜੂਦਾ ਸਮੇਂ ਵਿੱਚ ਗੈਰ ਸੰਚਾਰੀ ਬਿਮਾਰੀਆਂ ਅੱਧੇ ਤੋਂ ਵੱਧ ਮੌਤਾਂ ਲਈ ਜ਼ਿੰਮੇਦਾਰ ਹਨ। ਕੁਈਨਜ਼ਲੈਂਡ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਆ ਦੀ ਇੱਕ ਲੈਬੋਰੇਟਰੀ ਵਿੱਚੋਂ ਸੈਂਕੜੇ ਘਾਤਕ ਵਾਇਰਸ ਦੇ ਨਮੂਨੇ ਗਾਇਬ ਹੋ ਗਏ ਹਨ। ਕੁਈਨਜ਼ਲੈਂਡ ਨੇ ਇਸ ਹਫ਼ਤੇ ਇਹ ਐਲਾਨ ਕੀਤਾ ਅਤੇ ਇਸ ਨੂੰ ਗੰਭੀਰ ਮਾਮਲਾ ਦੱਸਦਿਆਂ ਜਾਂਚ ਦੀ ਮੰਗ ਕੀਤੀ।
ਸਰਕਾਰ ਨੇ ਕੁਈਨਜ਼ਲੈਂਡ ਹੈਲਥ ਆਸਟ੍ਰੇਲੀਆ ਦੇ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਇਸ ਗੱਲ ਦੀ ਜਾਂਚ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਇਸ ਤੇ ਬਾਇਓਸਿਕਿਉਰਿਟੀ ਪ੍ਰੋਟੋਕਾਲ ਦੀ ਇੱਕ ਵੱਡੀ ਇਤਿਹਾਸਕ ਉਲੰਘਣਾ ਵਜੋਂ ਵਰਣਨ ਕੀਤਾ ਹੈ। ਗੁੰਮ ਹੋਏ ਨਮੂਨਿਆਂ ਬਾਰੇ ਅਜੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਉਹ ਚੋਰੀ ਕੀਤੇ ਗਏ ਹਨ ਜਾਂ ਨਸ਼ਟ ਕੀਤੇ ਗਏ ਹਨ। ਹਾਲਾਂਕਿ ਸਰਕਾਰ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਭਾਈਚਾਰੇ ਨੂੰ ਕੋਈ ਖਤਰਾ ਨਹੀਂ ਹੈ। ਹੈਂਡਰਾ ਵਾਇਰਸ ਇੱਕ ਜ਼ੂਨੋਟਿਕ ਵਾਇਰਸ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੋ ਸਕਦਾ ਹੈ ਅਤੇ ਸਿਰਫ ਆਸਟ੍ਰੇਲੀਆ ਵਿੱਚ ਪਾਇਆ ਜਾਂਦਾ ਹੈ। ਉਧਰ ਹੀ ਹੰਟਾ ਵਾਇਰਸ ਅਤੇ ਲਿਸਾ ਵਾਇਰਸ ਵੀ ਵਾਇਰਸ ਹਨ ਜੋ ਗੰਭੀਰ ਬਿਮਾਰੀ ਅਤੇ ਮੌਤ ਦਾ ਕਾਰਨ ਬਣ ਸਕਦੇ ਹਨ। ਲਿਜ਼ਾ ਵਾਇਰਸ ਪਰਿਵਾਰ ਵਿੱਚ ਰੈਬਿਸ ਵਾਇਰਸ ਵੀ ਸ਼ਾਮਲ ਹੁੰਦਾ ਹੈ ਜੋ ਲਗਭਗ ਹਮੇਸ਼ਾ ਬਿਨਾਂ ਇਲਾਜ ਦੇ ਇੱਕ ਵਿਅਕਤੀ ਨੂੰ ਮਾਰ ਸਕਦਾ ਹੈ। ਕੁਈਨਜ਼ਲੈਂਡ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਇਸ ਉਲੰਘਣਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਭਾਗ ਨੇ ਸਟਾਫ ਨੂੰ ਦੁਬਾਰਾ ਸਿਖਲਾਈ ਦੇਣ ਅਤੇ ਸਮੱਗਰੀ ਦੀ ਸਹੀ ਸਟੋਰੇਜ ਨੂੰ ਯਕੀਨੀ ਬਣਾਉਣ ਦੇ ਲਈ ਸਰਗਰਮ ਕਦਮ ਚੁੱਕਣੇ ਦੇ ਆਦੇਸ਼ ਦਿੱਤੇ ਹਨ। ਉਹਨਾਂ ਨੇ ਵੀ ਕਿਹਾ ਹੈ ਕਿ ਇਸ ਘਟਨਾ ਦੀ ਭਾਗ 9 ਜਾਂਚ ਤਹਿਤ ਜਾਂਚ ਕੀਤੀ ਜਾਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕੇਸ ਦੇ ਕਿਸੇ ਵੀ ਪਹਿਲੂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। सीरिया के राष्ट्रपति बशर अल असद का राज डिग गया है। असद ने अपने शासन दौरान लोगों ते कई अत्याचार किए। छोटी तो छोटी गल लई लोगों नूं जेलां विच ढक दिता गया। जेल विच कई लोग अपनी जान गवा चुके हैं। असद का शासन खत्म होने तो बाद इन्हां जेलां विचों लाशां नूं बाहर कढिया जा रहा है। ਵੱਡੀ ਗਿਣਤੀ ਵਿੱਚ ਲੋਕ ਆਪਣੇ ਕਰੀਬੀਆਂ ਦੀਆਂ ਲਾਸ਼ਾਂ ਲੈਣ ਦੇ ਲਈ ਮੁਰਦਾ ਘਰ ਪਹੁੰਚ ਰਹੇ ਹਨ। ਹਾਲਾਂਕਿ ਲਾਸ਼ਾਂ ਦੀ ਹਾਲਤ ਅਜਿਹੀ ਹੈ ਕਿ ਉਹਨਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ ਰਹੀ ਹੈ। ਮੁਹੰਮਦ ਸ਼ਾਇਬ ਨਾਂ ਦੇ ਵਿਅਕਤੀ ਦੀ ਲਾਸ਼ ਵੀ ਇਸੇ ਤਰ੍ਹਾਂ ਦੀ ਹਾਲਤ ਵਿੱਚ ਮਿਲੀ, ਇੱਥੋਂ ਤੱਕ ਕਿ ਉਸ ਦੀਆਂ ਅੱਖਾਂ ਵੀ ਗਾਇਬ ਹੋ ਚੁੱਕੀਆਂ ਹਨ। ਚਾਇਬ ਨੇ ਕਿਹਾ ਕਿ ਲੱਗਦਾ ਹੈ ਕਿ ਉਹ ਚੀਕਦੇ ਹੋਏ ਮਰ ਗਿਆ ਹੋਵੇਗਾ। ਅੰਦਾਜ਼ੇ ਮੁਤਾਬਕ ਸੀਰੀਆ 2011 ਤੋਂ ਲੈ ਕੇ ਹੁਣ ਤੱਕ 1.5 ਲੱਖ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨ੍ਹਾਂ ਨੇ ਬਸ਼ਰ ਅਲ ਅਸਦ ਦੇ ਖਿਲਾਫ ਮਾਮੂਲੀ ਜਿਹੀ ਆਵਾਜ਼ ਵੀ ਉਠਾਈ। ਉਹਨਾਂ ਨੂੰ ਜੇਲ੍ਹਾਂ ਵਿੱਚ ਢੱਕ ਦਿੱਤਾ ਗਿਆ। ਚਾਇਬ ਦਾ ਭਰਾ 5 ਸਾਲ ਪਹਿਲਾਂ ਜੇਲ੍ਹ ਗਿਆ ਸੀ। ਉਹ ਰਾਸ਼ਟਰਪਤੀ ਅਸਦ ਦੁਆਰਾ ਬਣਾਈ ਗਈ ਜੇਲ੍ਹ ਵਿੱਚ ਸੀ ਜਿਸ ਵਿੱਚ ਕਿਸੇ ਦਾ ਵੀ ਪਤਾ ਨਹੀਂ ਲੱਗ ਸਕਿਆ। ਅਸਦ ਸਰਕਾਰ ਨੇ ਦੇਸ਼ ਭਰ ਵਿੱਚ ਅਜਿਹੇ ਨਜ਼ਰਬੰਦੀ ਕੇਂਦਰ ਅਤੇ ਜੇਲ੍ਹਾਂ ਬਣਾਈਆਂ ਸਨ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਪਤਾ ਵੀ ਨਹੀਂ ਸੀ। ਇਨ੍ਹਾਂ ਜੇਲ੍ਹਾਂ ਵਿੱਚ ਬੰਦ ਲੋਕਾਂ ਦੀ ਮੌਤ ਤੋਂ ਬਾਅਦ ਵੀ ਇਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਸੀ। ਅਸਦ ਸਰਕਾਰ ਦੇ ਡਿੱਗਣ ਤੋਂ ਬਾਅਦ ਹੁਣ ਸੀਰੀਆ ਦੇ ਲੋਕ ਇਨ੍ਹਾਂ ਲਾਸ਼ਾਂ ਦੀਆਂ ਤਸਵੀਰਾਂ ਪੂਰੀ ਦੁਨੀਆ 'ਚ ਸ਼ੇਅਰ ਕਰ ਰਹੇ ਹਨ। ਉਹਨਾਂ ਨੂੰ ਉਮੀਦ ਹੈ ਕਿ ਸ਼ਾਇਦ ਮ੍ਰਿਤਕ ਦੇ ਕਰੀਬੀ ਆਪਣੇ ਅਜੀਜ਼ਾਂ ਨੂੰ ਆਖਰੀ ਵਾਰ ਦੇਖ ਸਕਣਗੇ। ਦੁਨੀਆ ਭਰ 'ਚ ਫੇਸਬੁੱਕ, WhatsApp ਅਤੇ Instagram ਦੇ ਡਾਊਨ ਹੋਣ ਦੀਆਂ ਖਬਰਾਂ ਆਈਆਂ ਹਨ। ਲੋਕਾਂ ਨੂੰ ਲੌਗਇਨ ਕਰਨ, ਪੋਸਟ ਦੇਖਣ ਅਤੇ ਮੈਸੇਜ ਭੇਜਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟਾਂ ਮੁਤਾਬਕ ਕਈ ਥਾਵਾਂ ਤੇ WhatsApp ਤੇ ਮੈਸੇਜ ਭੇਜਣ 'ਚ ਦਿੱਕਤਾਂ ਆ ਰਹੀਆਂ ਹਨ। ਫਿਲਹਾਲ ਮੈਟਾ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ। ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਹਨ ਜਦਕਿ ਕੁਝ ਉਪਭੋਗਤਾਵਾਂ ਨੇ ਦੂਜੇ ਉਪਭੋਗਤਾਵਾਂ ਨੂੰ ਪੁੱਛਿਆ ਹੈ ਕਿ ਕੀ ਉਹਨਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਰਿਪੋਰਟਾਂ ਮੁਤਾਬਕ ਫੇਸਬੁੱਕ, ਇੰਸਟਾਗ੍ਰਾਮ ਅਤੇ ਥ੍ਰੈਡ ਲੋਡ ਨਹੀਂ ਹੋਏ। ਕਈ ਥਾਵਾਂ ਤੇ ਗਲਤੀ ਸੰਦੇਸ਼ ਵੀ ਸਾਹਮਣੇ ਆਏ ਹਨ। ਮਾਹਰਾਂ ਨੇ ਪਾਸਵਰਡ ਬਦਲਣ ਦੀ ਵੀ ਸਲਾਹ ਦਿੱਤੀ ਹੈ। ਬਲੂ ਸਕਾਈ ਐਕਸ ਅਤੇ ਰੈਡਿਟ ਤੇ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਬਹੁਤ ਸਾਰੇ ਲੋਕਾਂ ਨੇ ਲੌਗਇਨ ਕਰਨ ਤੇ ਉਹੀ ਸੰਦੇਸ਼ ਦੇਖਿਆ। ਫੇਸਬੁੱਕ ਤੇ ਲੌਗਇਨ ਕਰਨ ਤੇ ਇੱਕ ਸੁਨੇਹਾ ਦਿਖਾਇਆ ਗਿਆ ਜਿਵੇਂ ਕਿ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕੰਮ ਕਰ ਰਹੇ ਹਾਂ। ਡਾਊਨ ਡਿਟੈਕਟਰ ਨੇ ਫੇਸਬੁੱਕ, WhatsApp, ਮੈਸੇਂਜਰ ਅਤੇ ਇੰਸਟਾਗ੍ਰਾਮ ਦੀਆਂ ਰਿਪੋਰਟਾਂ ਵੀ ਦੇਖੀਆਂ ਹਨ। ਹਾਲਾਂਕਿ ਕਈ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਉਹ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਫੇਸਬੁੱਕ ਤੇ ਲੌਗਇਨ ਕਰਨ ਦੇ ਯੋਗ ਹੋਏ ਹਨ। ਕਈ ਯੂਜ਼ਰ ਆਊਟੇਜ ਤੋਂ ਪ੍ਰਭਾਵਿਤ ਹੋਏ ਹਨ। ਇੰਸਟਾਗ੍ਰਾਮ ਡਾਊਨ ਡਿਟੈਕਟਰ ਪੇਜ ਤੇ 70,000 ਤੋਂ ਵੱਧ ਰਿਪੋਰਟਾਂ ਹਨ। ਫੇਸਬੁੱਕ ਬਾਰੇ 1 ਲੱਖ ਤੋਂ ਵੱਧ ਰਿਪੋਰਟਾਂ ਆਈਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਾਰਚ 'ਚ ਵੱਡਾ ਹਾਦਸਾ ਹੋਇਆ ਸੀ ਜਿਸ ਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਥ੍ਰੈਡਸ ਨੂੰ ਬੰਦ ਕਰ ਦਿੱਤਾ ਸੀ। ਮੈਟਾ ਨੇ ਅਕਤੂਬਰ 2022 ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵੱਡੀ ਆਊਟੇਜ ਵੀ ਦੇਖੀ। ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਦੁਆਰਾ ਚਲਾਈਆਂ ਜਾ ਰਹੀਆਂ ਗਲਤ ਜਾਣਕਾਰੀਆਂ ਦੀਆਂ ਚਿੰਤਾਵਾਂ ਦੇ ਵਿਚਕਾਰ ਜਾਲੀ ਖਬਰਾਂ ਫੈਲਾਉਣ ਲਈ ਪਾਕਿਸਤਾਨ ਦੇ ਅਧਿਕਾਰੀਆਂ ਨੇ ਲਗਭਗ 80,000 ਸਿਮ ਕਾਰਡਾਂ ਨੂੰ ਬਲੌਕ ਕਰ ਦਿੱਤਾ ਹੈ। ਕੈਬਨਿਟ ਡਿਵੀਜ਼ਨ ਦੇ ਸੰਸਦੀ ਸਕੱਤਰ ਸਾਜਿਦ ਮਹਿਦੀ ਨੇ ਨੈਸ਼ਨਲ ਅਸੈਂਬਲੀ 'ਚ ਡਿਜੀਟਲ ਪਲੇਟਫਾਰਮਾਂ ਤੇ ਝੂਠੀਆਂ ਖਬਰਾਂ ਦੇ ਫੈਲਣ ਦੇ ਸਬੰਧ ਵਿੱਚ ਇੱਕ ਧਿਆਨ ਨੋਟਿਸ ਦੇ ਜਵਾਬ 'ਚ ਇਲੈਕਟ੍ਰੋਨਿਕ ਅਪਰਾਧ ਰੋਕੂ ਕਾਨੂੰਨ 2016 ਵਿੱਚ ਸੁਧਾਰਾਂ ਦੀ ਜ਼ਰੂਰਤ ਵੱਲ ਵੀ ਇਸ਼ਾਰਾ ਕੀਤਾ। ਇਸ ਦੌਰਾਨ ਉਹਨਾਂ ਨੇ ਜਾਲੀ ਖਬਰਾਂ ਦੇ ਮੁੱਦੇ ਨੂੰ ਬਿਹਤਰ ਢੰਗ ਨਾਲ ਨਜਿੱਠਣ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਇਸ ਕਾਨੂੰਨ ਵਿੱਚ ਸੋਧਾਂ ਨਾਲ ਝੂਠੀ ਜਾਣਕਾਰੀ ਦੇ ਪ੍ਰਸਾਰ ਨਾਲ ਸੰਬੰਧਿਤ ਕੇਸਾਂ ਦੀ ਸੁਣਵਾਈ ਵਿੱਚ ਤੇਜ਼ੀ ਆਵੇਗੀ। ਜਾਲੀ ਖਬਰਾਂ ਦਾ ਮੁੱਦਾ ਪਹਿਲਾਂ ਹੀ ਘਰੇਲੂ ਅਤੇ ਗਲੋਬਲ ਸ਼ਾਂਤੀ ਅਤੇ ਸਥਿਰਤਾ ਲਈ ਇੱਕ ਵੱਡੇ ਖਤਰੇ ਵਜੋਂ ਅੰਤਰਰਾਸ਼ਟਰੀ ਧਿਆਨ ਵਿੱਚ ਖਿੱਚ ਚੁੱਕਾ ਹੈ
ਅਤੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪਾਕਿਸਤਾਨ ਨੇ ਚੁਣੌਤੀ ਦਾ ਸਾਹਮਣਾ ਕੀਤਾ ਹੈ। ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਆਪਣੇ ਸੰਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਸੋਸ਼ਲ ਮੀਡੀਆ ਦੀ ਵੱਡੇ ਪੱਧਰ ਤੇ ਵਰਤੋਂ ਕਰਦੀ ਹੈ, ਜਿਸ ਬਾਰੇ ਸਰਕਾਰ ਦਾ ਦਾਅਵਾ ਹੈ ਕਿ ਇਹ ਝੂਠੀ ਖਬਰ ਹੈ। ਇਸ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਨੇ 26 ਨਵੰਬਰ ਨੂੰ ਇਸਲਾਮਾਬਾਦ ਵਿੱਚ ਪਾਰਟੀ ਵਰਕਰਾਂ ਦੀਆਂ ਹੱਤਿਆਵਾਂ ਬਾਰੇ ਸੋਸ਼ਲ ਮੀਡੀਆ ਤੇ ਫੌਜ ਵਿਰੁੱਧ ਸੰਦੇਸ਼ਾਂ ਦਾ ਪ੍ਰਚਾਰ ਕਰਨ ਦੇ ਦੋਸ਼ ਵਿੱਚ 150 ਸ਼ੱਕੀਆਂ ਉੱਤੇ ਮਾਮਲੇ ਦਰਜ ਕੀਤੇ ਤੇ ਉਹਨਾਂ ਵਿੱਚੋਂ 22 ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਖਾਨ ਦੀ ਪਾਰਟੀ ਨਾਲ ਸੰਬੰਧਿਤ ਹਨ। ਉਧਰ ਹੀ ਮਹਿਦੀ ਨੇ ਕਿਹਾ ਹੈ ਕਿ ਸਰਕਾਰ ਦੇ ਸਰਗਰਮ ਕਦਮਾਂ, ਜਿਸ ਵਿੱਚ ਸਿਮ ਕਾਰਡਾਂ ਨੂੰ ਬਲੌਕ ਕਰਨਾ, ਕਾਨੂੰਨਾਂ ਵਿੱਚ ਸੋਧ ਕਰਨਾ ਅਤੇ ਇੱਕ ਸਾਂਝੀ ਟਾਸਕ ਫੋਰਸ ਦੀ ਸਥਾਪਨਾ ਸ਼ਾਮਲ ਹੈ, ਦਾ ਉਦੇਸ਼ ਜਾਲੀ ਖਬਰਾਂ ਦੇ ਨੁਕਸਾਨ ਦੇ ਪ੍ਰਭਾਵਾਂ ਨੂੰ ਘਟਾਉਣਾ ਹੈ। ਮਹਿਦੀ ਨੇ ਕਿਹਾ ਹੈ ਕਿ ਸਾਂਝੀ ਟਾਸਕ ਫੋਰਸ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਅਤੇ ਇਸ ਮੁੱਦੇ ਤੇ ਗੰਭੀਰਤਾ ਨੂੰ ਉਜਾਗਰ ਕੀਤਾ ਹੈ। ਟਾਸਕ ਫੋਰਸ ਦਾ ਚੱਲ ਰਿਹਾ ਕੰਮ ਇਸ ਮੁੱਦੇ ਨੂੰ ਹੱਲ ਕਰਨਾ ਜਾਰੀ ਰੱਖੇਗਾ। ਮਹਿਦੀ ਨੇ ਕਿਹਾ ਹੈ ਕਿ ਸਰਕਾਰ ਆਨਲਾਈਨ ਗਤੀਵਿਧੀਆਂ ਦੀ ਨਿਗਰਾਨੀ ਅਤੇ ਨਿਯੰਤਰਣ ਨੂੰ ਬਿਹਤਰ ਬਣਾਉਣ ਲਈ ਵਰਚੁਅਲ ਪ੍ਰਾਈਵੇਟ ਨੈਟਵਰਕ ਨੂੰ ਵੀ ਰਜਿਸਟਰ ਕਰ ਰਹੀ ਹੈ ਅਤੇ ਵਿਸ਼ਵਾਸ ਪ੍ਰਗਟਿਆ ਹੈ ਕਿ ਇਨ੍ਹਾਂ ਯਤਨਾਂ ਨਾਲ ਜਾਲੀ ਖਬਰਾਂ ਦੇ ਪ੍ਰਸਾਰ ਨੂੰ ਰੋਕਣ ਵਿੱਚ ਸੁਧਾਰ ਹੋਵੇਗਾ। ਅਗਸਤ 2016 ਵਿੱਚ ਪਹਿਲੇ ਪੜਾਅ ਦੌਰਾਨ 69,000 ਤੋਂ ਵੱਧ ਸਿਮ ਕਾਰਡ ਬਲੌਕ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਦੂਰਸੰਚਾਰ ਅਥਾਰਟੀ ਨੇ ਕੁਝ ਮਹੀਨੇ ਪਹਿਲਾਂ ਮੋਬਾਈਲ ਸਿਮ ਕਾਰਡਾਂ ਨੂੰ ਬਲੌਕ ਕਰਨ ਦਾ ਦੂਜਾ ਪੜਾਅ ਸ਼ੁਰੂ ਕੀਤਾ ਸੀ। ਪਹਿਲੇ ਪੜਾਅ ਵਿੱਚ ਕੰਪਿਊਟਰਾਈਜ਼ਡ ਨੈਸ਼ਨਲ ਆਇਡੈਂਟੀਟੀ ਕਾਰਡਾਂ ਦੇ ਵਿਰੁੱਧ ਰਜਿਸਟਰ ਕੀਤੇ ਸਿਮ ਕਾਰਡ ਜੋ ਕਿ 2017 ਤੋਂ ਪਹਿਲਾਂ ਮਿਆਦ ਪੁੱਗ ਚੁੱਕੇ ਸਨ ਅਤੇ ਨਵਿਆਇਆ ਨਹੀਂ ਗਏ ਸਨ, ਯਾਨੀ ਕਿ ਨਵੇਂ ਨਹੀਂ ਬਣਾਏ ਗਏ ਸਨ, ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਸੀ। ਇਹ ਸਾਂਝੀ ਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਜੀ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।